एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। मन रे प्रभ की शरण विचारो जेह सिमरत गण का सी उधरी ताको जासुर धारो। अटल भयो तू जाके सिमरन और निर्भय पद पाया। दुख हरता है बिद को स्वामी तै काहे बिसराया। सूरा सो पहचानिया जो लर दीन के हेत पुरजा पुरजा कट मर कबहू ना छाड़ खेत। दीन दर्द दुख भंजना घट घट नाथ अनाथ शरण तुम्हारी आयो। नानक के प्रभ साथ सज्जन सच्चा पात साहु सिर सांद साहु। जिस पास बैठिया सोहिया सबना दा विसाहु। सतनाम श्री वाहिगुरु साहिब जी। सोरठ महला पंजवा। दुरत गवाया हर प्रभ आपे सब संसार उबारिया। पार ब्रह्म प्रभ कृपा धारी अपना बिरद समारिया। दुरत गवाया हर प्रभ आपे सब संसार उबारिया। परम सन्मान जो गुरु रूप गुरु खालसा साध संगत जी। वाहिगुरु जी का खालसा वाहिगुरु जी की फतेह। आप सरबत संगतां बहुत बहुत वड्डियां भागां वाले हो जिन्हां नूं दसां पातशाहियां दे पावन प्रतक्ष रूप तख्त चबर छत्र दे मालक सतगुरु धन धन सतगुरु श्री गुरु ग्रंथ साहिब सच्चे पातशाह महाराज जी की पावन पवित्र हजूरी विच आ करके सतगुरां दे पावन पवित्र दर्शन करन दा सत संगत करन दा मनुखा जीवन दियां घड़ियां नूं सफल करन दा शुभ सुभागा समा प्राप्त हो रहा है। साध संगत जी वो गुरसिख संगतां वो माई पाई किन्नियां वड्डियां भागां वाले सन जेड़े धन गुरु नानक साहिब धन गुरु अंगद देव महाराज जी क्रमवार 10 गुरु साहिबाना दे आपो अपने समय विच दर्शन करते रहे और सतगुरु जी के बचनों नूं कमा के अपना जीवन सफला करते रहे। अज साडे मनां विच खास करके
ਸ਼ਰਧਾ ਭਾਵਨਾ ਸਿਮਰਨ ਭਗਤੀ ਬੰਦਗੀ ਸੇਵਾ ਕਰਨ ਵਾਲੇ ਗੁਰਸਿੱਖ ਮਾਈਆਂ ਭਾਈਆਂ ਦੇ ਅੰਦਰ ਇਹ ਬੜੀ ਤੀਬਰ ਇੱਕ ਲੋਚਾ ਪੈਦਾ ਹੁੰਦੀ ਹੈ ਕਿ ਕਾਸ਼ ਕਿਤੇ ਉਸ ਸਮੇਂ ਸਾਡਾ ਜਨਮ ਹੋਇਆ ਹੁੰਦਾ, ਅਸੀਂ ਉਹਨਾਂ ਸਿੱਖਾਂ ਦੀ ਤਰ੍ਹਾਂ ਅਸੀਂ ਵੀ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਦੇ। ਪਰ ਸਾਧ ਸੰਗਤ ਜੀ, ਮੈਂ ਇੱਕ ਬੇਨਤੀ ਕਰਦਿਆਂ, ਸਾਡਾ ਜੀਵਨ ਬਹੁਤ ਹੀ ਧੰਨਤਾ ਦੇ ਯੋਗ ਹੈ। ਇੰਨੇ ਸ਼ੁਭ ਕਰਮ ਅਸੀਂ ਪਿਛਲੇ ਜਨਮਾਂ ਦੇ ਵਿੱਚ ਕੀਤੇ ਹੈ ਕਿ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ 10 ਗੁਰੂ ਸਾਹਿਬਾਨਾਂ ਦੇ ਨਿਤ ਦਰਸ਼ਨ ਹੁੰਦੇ। ਇਹ ਨਾ ਸੋਚਿਆ ਕਰੋ ਕਿ ਅਸੀਂ 10 ਗੁਰੂ ਸਾਹਿਬਾਨਾਂ ਦੇ ਦਰਸ਼ਨ ਨਹੀਂ ਕਰ ਪਾਏ। ਮਨ ਵਿੱਚ ਇਹ ਭਾਵਨਾ ਸ਼ਰਧਾ ਰੱਖਿਆ ਕਰੋ ਕਿ ਜਦੋਂ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਸ਼ਨ ਕਰਦੇ ਹਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚੋਂ ਸਾਨੂੰ 10 ਪਾਤਸ਼ਾਹੀ ਸਤਿਗੁਰੂ ਸਾਹਿਬਾਨਾਂ ਦੇ ਪ੍ਰਤੱਖ ਦਰਸ਼ਨ ਹੋ ਰਹੇ ਹੈ। ਜਦੋਂ ਅਸੀਂ ਮੱਥਾ ਟੇਕਦੇ ਹਾਂ ਤੇ ਸਾਡਾ ਮਸਤਕ 10 ਸਤਿਗੁਰੂ ਸਾਹਿਬਾਨਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਉੱਤੇ ਲੱਗ ਰਿਹਾ। ਇਸ ਕਰਕੇ ਆਪਣੇ ਨਾਲੋਂ ਵੱਡਿਆਂ ਭਾਗਾਂ ਵਾਲਾ ਕੌਣ ਹੋਰ ਹੋ ਸਕਦਾ ਹੈ। ਜਿਹੜਾ ਸੰਸਾਰ ਦਾ ਪ੍ਰਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਕਰਦਾ, ਕਿ ਸਤਿਗੁਰੂ ਜੀ ਨੂੰ ਨਤਮਸਤਕ ਨਹੀਂ ਹੁੰਦਾ, ਉਸ ਨਾਲੋਂ ਮਾੜੇ ਕਰਮਾਂ ਵਾਲਾ ਮੰਦਭਾਗੀ ਜੀਵ ਹੋਰ ਕੋਈ ਇਸ ਸ੍ਰਿਸ਼ਟੀ ਦਾ ਹੋਰ ਕੋਈ ਨਹੀਂ ਹੋ ਸਕਦਾ। ਇਸ ਕਰਕੇ ਆਪਾਂ ਭਾਗਾਂ ਵਾਲੇ ਹਾਂ, ਬਲਕਿ ਵੱਡਿਆਂ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਸ਼ਨਾਂ ਦੀ ਦਾਤ ਪਤਾ ਨਹੀਂ ਕਰੋੜਾਂ ਜਨਮਾਂ ਦੇ ਪੂਰਬਲੇ ਸ਼ੁਭ ਕਰਮ ਕੀਤੇ ਹੋਏ ਆ ਸਾਡੇ, ਜਿਹੜਾ ਸਾਨੂੰ 10 ਪਾਤਸ਼ਾਹੀਆਂ ਦੇ ਪਾਵਨ ਦਰਸ਼ਨ ਹੋ ਰਹੇ ਹੈ। ਸਾਧ ਸੰਗਤ ਜੀ, ਇੱਕ ਵਾਰੀ ਬਹੁਤ ਕਰਨੀਆਂ ਵਾਲੀਆਂ ਪਵਿੱਤਰ ਆਤਮਾਵਾਂ ਆਪਸ ਦੇ ਵਿੱਚ ਬੈਠ ਕੇ ਗੁਰਮਤਿ ਦੇ ਬਚਨ ਕਰ ਰਹੀਆਂ ਸਨ, ਜਿਨ੍ਹਾਂ 'ਚ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਮਹਾਂਪੁਰਖ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ, ਸੰਤ ਬਾਬਾ ਗੁਲਾਬ ਸਿੰਘ ਜੀ ਘੋਲੀਏ ਵਾਲੇ ਤੇ ਦਮਦਮੀ ਟਕਸਾਲ ਦੇ 11ਵੇਂ ਮੁਖੀ ਪੰਥ ਰਤਨ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਵੀ, ਇਹ ਮਹਾਂਪੁਰਖ ਆਪਸ ਦੇ ਵਿੱਚ ਬੈਠੇ ਹੋਏ ਸਨ। ਵਿਚਾਰ ਚਲਦਿਆਂ ਚਲਦਿਆਂ ਇੱਕ ਬਚਨ ਹੋਇਆ ਕਿ ਕੋਈ ਐਸੇ ਸਿੱਖ ਮਾਈ ਭਾਈ ਦਾ ਨਾਮ ਦੱਸੋ ਜਿਨੇ 10 ਗੁਰੂ ਸਾਹਿਬਾਨਾਂ ਦੇ ਆਪਣੇ ਜੀਵਨ ਵਿੱਚ ਦਰਸ਼ਨ ਕੀਤੇ ਹੋਏ ਹੋਣ। 10 ਗੁਰੂ ਸਾਹਿਬਾਨਾਂ ਦੇ। ਤਾਂ ਉਸ ਵਕਤ ਮਹਾਂਪੁਰਖਾਂ ਚੋਂ ਸਿਆਣੇ ਮਹਾਂਪੁਰਖ ਕਹਿਣ ਲੱਗੇ, ਇੱਕ ਤਾਂ ਭਾਈ ਬੁੱਢਾ ਸਾਹਿਬ ਜੀ, ਜਿਨ੍ਹਾਂ ਨੂੰ ਬਾਬਾ ਬੁੱਢਾ ਜੀ ਕਿਹਾ ਜਾਂਦਾ ਹੈ, ਉਹ ਸੁਭਾਗੇ ਗੁਰਸਿੱਖ ਹੋਏ, ਮਹਾਂਪੁਰਖ ਹੋਏ, ਜਿਨ੍ਹਾਂ ਨੇ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਜੀ ਤੱਕ 6 ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਔਰ ਉਹਨਾਂ ਦੀ ਸੰਗਤ ਕੀਤੀ, ਉਹਨਾਂ ਦੇ ਬਚਨ ਮੰਨੇ। ਉਹਨਾਂ ਦਾ ਨਾਮ ਤਾਂ ਇਤਿਹਾਸ ਵਿੱਚ ਆਉਂਦਾ ਹੈ। ਪਰ ਸਾਧ ਸੰਗਤ ਜੀ, ਗੁਰੂ ਕੇ ਇਤਿਹਾਸ ਵਿੱਚ ਇੱਕ ਐਸੀ ਮਾਤਾ ਵੀ ਹੈ ਜਿਹਨੇ 9 ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਹੈ। 9 ਸਤਿਗੁਰੂ ਸਾਹਿਬਾਨਾਂ ਦੇ। 250 ਸਾਲ ਤੋਂ ਉੱਤੇ, 250 ਵਰਸ ਤੋਂ ਉੱਤੇ ਉਹਨਾਂ ਦੀ ਉਮਰ ਹੋਈ। ਆਗਰੇ ਦੀ ਰਹਿਣ ਵਾਲੀ ਮਾਤਾ ਜੱਸੀ, ਜਿਹਨੇ 9 ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਆਪਣੇ ਜੀਵਨ ਵਿੱਚ। ਲੋਹਾ ਮੰਡੀ ਬਾਜ਼ਾਰ ਆਗਰੇ ਵਿੱਚ, ਉੱਥੇ ਗੁਰਦੁਆਰਾ ਇਮਲੀ ਸਾਹਿਬ ਹੈ। ਉੱਥੇ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਚਰਨ ਪਾਏ ਸਨ, ਉਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਉਸ ਮਾਤਾ ਨੇ ਕੀਤੇ ਔਰ ਉਸ ਮਾਤਾ ਦੇ ਪ੍ਰਥਾਏ ਸਤਿਗੁਰੂ ਜੀ ਨੇ ਸ਼ਬਦ ਤਲੰਗ ਰਾਗ ਵਿੱਚ ਉਚਾਰਿਆ ਸੀ, ਆਨੜੀਏ ਮਾਨੜਾ ਕਾਇਕ ਰੇਹ
आप नड़े घर हर रंगो की ना माने है, सौ नेड़े तन कमलिए बाहर क्या ढूंढे है। पै किया देह सलाइया नैनी भाव का कर सी गारो। ये सारा शब्द उचारिया। सतगुरु महाराज जी ने बेनती की, सच्चे पातशाह मैं भगवान कृष्ण की भगतनी है, सारी जिंदगी उन्होंने भगती की है और उन्होंने कीर्तन उन्होंने भजन करके अपना जीवन गुजारिया है, उन्होंने हर तरह करके पूजा अर्चना की है, पर मेरे मन को शांति नहीं प्राप्त हुई। साध संगत जी जिहड़ा जग्यासू मार्ग है, ਇਹਦੇ ਵਿੱਚ ਜਗਿਆਸੂ ਅਵਸਥਾ ਵਾਲਿਆਂ ਨੂੰ ਇਹ ਗਿਆਨ ਹੁੰਦਾ ਹੈ कि किन्नी तपस्या किन्नी साधना सेवा सिमरन करके भजन करके बंदगी करके अपनी मंजिल ते पहुंचा जाता है। गुरु साहिबान कृपा कर देन भावें एक खिन विच ही, कृपा कटाख अवलोकन किनो दास का दुख बदारियो वाली बख्शिश कर देन, पर साधन करदियां कई बारी कई जिंदगियां गुजर जांदियां, प्राप्ति फिर भी नहीं होंदी। माता दा बड़ा वड्डा साधन सी, कहन लगी पर महाराज मन नूं आत्मा नूं तृप्ति नहीं आई। सतगुरु महाराज कहंदे माता तू सिमरन करया कर और बाणी दा कीर्तन करया कर और तैनूं साढ़े 9 स्वरूपां दे दर्शन करन दा सुभाग प्राप्त होवेगा। वो माता साध संगत जी हर साल अपने हत्थीं चरखे नाल कत के सूत सतगुरां दे वस्त्र तैयार करदी, हर साल वस्त्र सतगुरु साहिबाना वास्ते पहनण लई आप लैके आउंदी। ये 9 गुरु साहिबाना दे उस माता ने दर्शन कीते। आगरे विच 6वें पातशाह गए, उदों धन गुरु हरगोबिंद साहब जी दे उस माता नूं दर्शन होए। फिर 9वें स्वरूप में जदों बिरध हो गई, बेनती की, अरदास कर रही है, कड़ा प्रसादी दे करके वस्त्र अगे रख के कि महाराज हुण तुसीं आप आके मेरी भेटा प्रवान करो, दर्शन दिओ। तो सतगुरु जी के चरणों में माता की अरदास पहुंची है, बेनती पहुंची है। तो 9वें पातशाह जी हिंदू धर्म की रक्षा करने वास्ते जदों आनंदपुर साहब तो चलते चलते आगरे की धरती ते गए है, उदों उस माता नूं धन गुरु तेग बहादुर साहब जी ने दर्शन दिते। जिथे चरण पाए उत्थे गुरुद्वारा अज माई थान साहिब है। इस स्थान ते माता दा जिहड़ा शरीर वो धन गुरु तेग बहादुर साहब जी दे दर्शन करदियां करदियां माता दी जोत सतगुरु जी दे चरनां विच लीन होई और उन्हों का दाह संस्कार अंतिम क्रिया सारी धन गुरु तेग बहादुर साहब जी ने अपने हस्त कमलों द्वारा की सी। महापुरुष संत बाबा सुंदर सिंह जी कहन लगे, महापुरुखों एक माता हुई है जिन्हें 9 गुरु साहिबाना दे दर्शन किए है। फिर महापुरुष कहन लगे पर 10 गुरु साहिबाना दे दर्शन, सारे चुप पसर गई, कोई उत्तर नहीं सी। तो उस वक्त गल विच पल्ला पा के निमरता दे पुंज महापुरुष संत बाबा सुंदर सिंह जी पिंडरां वालियां ने बेनती की, कहन लगे महापुरखो तुहाडी बहुत सारियां दी उच्ची अवस्था है, बड़ियां कमाइयां तुसी जीवन विच कीतियां, एक दो एक चढ़ांदिया कौन जाने मेरा नाउ जियो। पर मैं आप जी दे चरनां विच पुछण तो बेनती करदा हां कि जदों मैं अमृत वेले उठ के इशनान करके नितनेम करके धन गुरु ग्रंथ साहब जी के चरणों च जाके नमस्कार करके परिक्रमा करके सतगुरु की ताबिया बैठ के मंगला चरण करके जदों उत्ते रुमाला पिछे करदा हाँ तो धन गुरु ग्रंथ साहब जी के स्वरूप विचों मैनूं रोजाना 10 गुरु साहिबाना के प्रतख दर्शन हुंदे हैं। हर रोज की नित की यह बख्शिश है कि 10 गुरु साहिबाना दे मैनू सतगुरु आप त्रुट के 10 स्वरूप धन गुरु ग्रंथ साहब जी के स्वरूप विचों मैनू दर्शन बख्शिश कर दे। एडा वड्डा अकीदा, एडा वड्डा भरोसा, एडा वड्डा विश्वास और एडी वड्डी साधना सतपुरुषां दी।
सो भाई ਆਪਾਂ ਇੰਨੇ ਭਾਗਾਂ ਵਾਲੇ ਇੰਨੇ ਕਰਮਾਂ ਵਾਲੇ ਹਾਂ ਕਿ ਸਾਨੂੰ 10 ਗੁਰੂ ਸਾਹਿਬਾਨਾਂ ਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚੋਂ ਦਰਸ਼ਨ ਦੀਦਾਰ ਹੋ ਰਹੇ ਹੈ। ਆਪ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥੇ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਦੇ ਜਥੇ ਤੋਂ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਸੁਣਿਆ। ਉਸ ਤੋਂ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਹੈੱਡ ਗ੍ਰੰਥੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਦੇ ਮੁਖਾਰ ਬਿੰਦ ਤੋਂ ਤੁਸੀਂ ਬਹੁਤ ਹੀ ਸੁੰਦਰ ਭਾਵਪੂਰਤ ਵਿਦਵਤਾਪੂਰਤ ਗੁਰਮਤਿ ਦੀਆਂ ਗੁਰਬਾਣੀ ਦੀਆਂ ਗੁਰ ਇਤਿਹਾਸ ਦੀਆਂ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ ਹਨ। ਅੱਜ ਦਾ ਸਮਾਗਮ ਸਾਧ ਸੰਗਤ ਜੀ 3 ਦਿਹਾੜਿਆਂ ਨੂੰ ਸਮਰਪਿਤ 3 ਸਮਾਗਮਾਂ ਦਾ ਪ੍ਰਯੋਜਨ ਮੁੱਖ ਰੱਖ ਕੇ ਅੱਜ ਦਾ ਸਮਾਗਮ ਉਲੀਕਿਆ ਗਿਆ ਸੀ। ਇੱਕ ਤਾਂ ਸਮੁੱਚਾ ਸਿੱਖ ਪੰਥ ਖਾਲਸਾ ਪੰਥ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ 400 ਸਾਲਾ ਅਵਤਾਰ ਧਾਰਨ ਦੀ ਗੁਰਪੁਰਬ ਦੀ ਸ਼ਤਾਬਦੀ ਆਪਾਂ ਮਨਾ ਰਹੇ ਹਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅੱਜ ਤੋਂ 400 ਸਾਲ ਪਹਿਲਾਂ 1621 ਈਸਵੀ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਗੁਰਦੁਆਰਾ ਗੁਰੂ ਕੇ ਮਹਿਲ ਜਿੱਥੇ ਸਥਾਨ ਹੈ, ਜਦੋਂ ਤੀਜੇ ਪਾਤਸ਼ਾਹ ਜੀ ਦੀ ਆਗਿਆ ਨੂੰ ਪਾ ਕੇ ਚੌਥੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਇਹ ਅੰਮ੍ਰਿਤਸਰ ਸਾਹਿਬ ਦੀ ਨਗਰੀ ਵਸਾਈ, ਉਦੋਂ ਸਭ ਤੋਂ ਪਹਿਲਾਂ ਗੁਰੂ ਕੇ ਮਹਿਲ ਅਸਥਾਨ ਦੀ ਇਮਾਰਤ ਤੀਮਾਰ ਕਰਵਾਈ ਸੀ, ਤਿਆਰ ਕਰਵਾਈ ਸੀ, ਇਮਾਰਤ ਦਾ ਨਿਰਮਾਣ ਕਰਵਾਇਆ ਸੀ। ਔਰ ਉਸ ਗੁਰੂ ਕੇ ਮਹਿਲਾਂ ਵਿੱਚ ਸਤਿਗੁਰੂ ਜੀ ਬਿਰਾਜਿਆ ਕਰਦੇ ਸਨ। ਅੰਮ੍ਰਿਤ ਵੇਲੇ ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲੀ ਪਾਵਨ ਧਰਤੀ ਤੇ ਆ ਕੇ ਸਰੋਵਰ ਦੀ ਸੇਵਾ ਕਰਵਾਇਆ ਕਰਦੇ ਸਨ। ਗੁਰੂ ਕੇ ਮਹਿਲਾਂ ਦੇ ਵਿੱਚ ਹੀ ਚੌਥੇ ਪਾਤਸ਼ਾਹ ਜੀ ਨੇ ਨਿਵਾਸ ਰੱਖਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਉੱਥੇ ਨਿਵਾਸ ਰੱਖਦੇ ਰਹੇ। 6ਵੇਂ ਪਾਤਸ਼ਾਹ 7ਵੇਂ ਪਾਤਸ਼ਾਹ ਜੀ ਨੇ ਉੱਥੇ ਚਰਨ ਪਾਏ, ਨਿਵਾਸ ਰੱਖਿਆ। ਔਰ 9ਵੇਂ ਗੁਰਦੇਵ ਜੀ ਦਾ ਉਹਨਾਂ ਗੁਰੂ ਕੇ ਮਹਿਲਾਂ ਦੇ ਵਿੱਚ ਹੀ ਪਿਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ, ਧੰਨ ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ 1621 ਈਸਵੀ ਨੂੰ ਸਤਿਗੁਰੂ ਜੀ ਦਾ ਗੁਰੂ ਕੇ ਮਹਿਲਾਂ ਵਿੱਚ ਅਵਤਾਰ ਹੋਇਆ, ਜਿੱਥੋਂ ਕੱਲ ਨਗਰ ਕੀਰਤਨ ਜਲੂਸ ਜਿਹੜਾ ਦਿੱਲੀ ਵਿਖੇ ਜਾਏਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਾਰੰਭ ਕੀਤਾ ਗਿਆ ਹੈ। ਉਹ ਨਗਰ ਕੀਰਤਨ ਜਲੂਸ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਬੰਗਲਾ ਸਾਹਿਬ, ਸੀਸਗੰਜ ਸਾਹਿਬ, ਉਹਨਾਂ ਗੁਰ ਇਤਿਹਾਸਕ ਸਥਾਨਾਂ ਤੇ ਸੰਗਤਾਂ ਨੂੰ ਦਰਸ਼ਨ ਦੇ ਕੇ ਦੁਬਾਰਾ ਸ੍ਰੀ ਅਨੰਦਪੁਰ ਸਾਹਿਬ ਆ ਕੇ ਸੰਪੂਰਨ ਹੋਣਾ ਹੈ। ਉਸ ਗੁਰੂ ਕੇ ਮਹਿਲਾਂ 'ਚ ਸਤਿਗੁਰੂ ਮਹਾਰਾਜ 9ਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ। ਚੂੜਾਮਣ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਸਤਿਗੁਰੂ ਮਹਾਰਾਜ ਜੀ ਦੇ ਸਨਮਾਨ ਹਿਤ ਬੜੀ ਸੁੰਦਰ ਭਾਵਨਾ ਪ੍ਰਗਟ ਕਰਦੇ ਹੈ। ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਸਾਰ ਤੇ ਜਦੋਂ ਪ੍ਰਗਟ ਹੋਏ, ਉਹਨਾਂ ਨੇ ਸਾਰੀ ਸ੍ਰਿਸ਼ਟੀ ਉੱਤੇ ਆਪਣੀ ਕਿਰਪਾ ਦੀ ਚਾਦਰ ਪਾ ਕੇ ਹਿੰਦੂ ਧਰਮ ਦੀ ਸਤਿਗੁਰੂ ਜੀ ਨੇ ਆਪਣੀ ਕੁਰਬਾਨੀ ਦੇ ਕੇ ਮਹਾਨ ਰੱਖਿਆ ਕੀਤੀ, ਹਿੰਦੂ ਧਰਮ ਨੂੰ ਬਚਾਇਆ। ਐਸੇ ਮਹਾਨ ਸਤਿਗੁਰੂ ਸਾਧ ਸੰਗਤ ਜੀ, ਸ਼ੂਰਬੀਰਤਾ ਵਿੱਚ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੋਈ ਸਾਨੀ ਨਹੀਂ। ਆਪਣੇ ਨੇੜੇ ਕਰਤਾਰਪੁਰ ਸਾਹਿਬ ਹੈ, ਔਰ ਇਸ ਕਰਤਾਰਪੁਰ ਸਾਹਿਬ ਨੂੰ ਦੁਆਬੇ ਵਾਲਾ ਕਰਤਾਰਪੁਰ ਸਾਹਿਬ ਕਰਕੇ ਕਿਹਾ ਜਾਂਦਾ ਹੈ। ਇਹ ਕਰਤਾਰਪੁਰ ਸਾਹਿਬ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ, ਜੋ ਰਾਵੀ ਦੇ ਕਿਨਾਰੇ ਤੇ ਲਾਹੌਰ ਜ਼ਿਲ੍ਹੇ ਵਿੱਚ, ਜਿੱਥੇ 17 ਸਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਨਿਵਾਸ ਰੱਖਿਆ।
जिथों दे लांघे लई संगतां ने बड़ियां बेनतियां अरदासां सतगुरु दे चरनां विच कर करके उत्थों दे खुले दर्शन दीदार दी दात प्राप्त कीती हुई है। एक तां ओह करतारपुर साहिब है, दूसरा करतारपुर साहिब अपने नज़दीक ही जिला जलंधर विच जिस दे परथाए धन गुरु अर्जन देव साहब जी ने शब्द उचारिया सी, करतारपुर करता वसै संतन कै पास। गुरबाणी विच भी इस पावन इतिहासक नगरी का सतगुरु जी ने जिक्र किया है। इत्थे जदों हज़ारां फौज सतगुरु जी ते हमला करने वास्ते चढ़ के आई, धन गुरु तेग बहादुर साहब जी की उदों शरीरक छोटी अवस्था सी। छेवें पातशाह जी के पास गए, बेनती की, पिता सतगुरु जी मैनू भी जंग दे विच जूझण की आग्ञा दिओ। सुनहरी मुठ वाली श्री साहब अपने हत्थी धन गुरु हरगोबिंद साहब जी ने नौवें पातशाह जी नूं बख्शिश की। कहण लगे, साहिबजादा जी तुसी तलवार दी अज तेग दी वीरता दिखाओ सारे संसार नूं। दुनिया विच ऐसा सतगुरु नहीं होया जिसने अपने लखते जिगरां नूं, अपने जिगर दे टोटियां नूं धर्म दे युद्धां दे विच आप तोरिया होवे। पर धन गुरु हरगोबिंद साहब जी ने अपने साहबजादे नौवें पातशाह जी नूं आप जंग दे विच भेजिया और ऐसी तेग दी बहादरी विखाई कि सारे सूरमे आशश कर उठे, जेड़ा भी सामने आया अड़ ना पा सकिया। एडी तेग दी बहादरी और वीरता विखाई धन गुरु हरगोबिंद साहब सच्चे पातशाह जी ने नाम ही सतगुरां दा तेग दी बहादरी दिखाउण करके धन गुरु तेग बहादुर साहिब रखिया। तेग दे धनी एडे वड्डे सन धन गुरु तेग बहादुर साहब जी। जे तपस्या वेखीए तां इस सृष्टि ते इन्नी तपस्या भी कोई कर नहीं सकिया जिहड़ी धन गुरु तेग बहादुर साहब जी ने करके विखाई। 26 साल 9 महीने 13 दिन बाबा बकाला साहब जी की धरती ते भोरा साहब दे विच एक चौंकड़ा ला के सतगुरु जी ने नाम सिमरन भगती बंदगी का ऐसा टुट प्रवाह चलाया सच्चे पातशाह जी ने। 26 साल 9 महीने 13 दिन सूरज नहीं वेख्या सतगुरु जी ने। सूरज दुनिया विच वड्डे वड्डे तपस्वी होए है, अज भी हन। कोई 12 साल 12 साल पुट्ठा लमक के तप करदा, कोई धूनियां तपाउंदा, कोई जल धारे करदा, कई अपने वख वख शरीर के अंगां नूं तप करदिआं शरीर के अंग सुका लैंदे आ। पर धन गुरु तेग बहादुर साहब जी वर्गा तप 26 साल 9 महीने 13 दिन सूरज नहीं वेख्या सच्चे पातशाह जी। रात नूं ही भोरा साहब दे विचों बाहर आके किरिया करके इशनान करके थोड़ा बहुत अन्न जल छक के फिर चौंकड़े विच सज जाया करते सन सच्चे पातशाह। एडी वड्डी महान घालना धन गुरु तेग बहादुर साहिब सच्चे पातशाह जी ने आप घालना कीती सच्चे पातशाह जी ने। ऐसी घाल घाल के किड्डे वड्डे महान पूरने पाए। तपस्या भी धन गुरु तेग बहादुर साहिब सच्चे पातशाह जी जैसी कोई नहीं कर सकिया। अपने धर्म की, अपने परिवार की, अपने कोड़मे की, अपने खानदान की, अपनी उम्मत की तां वड्डे वड्डे पीर पैगंबर अवतार ऋषि मुनि रख्या करते देखे गए। पर किसी दूसरे दे धर्म की रख्या करने वास्ते, किसी दूसरे दे धर्म नूं बचाउण वास्ते अपने सीस की कुर्बानी दे देनी, ये केवल ते केवल धन गुरु तेग बहादुर साहब जी का परोपकार है। मैं तो ये बेनती करदा हुन्ना कि खालसा जी आ जिहड़ा देश है ना हिंदुस्तान, इसका नाम अज हिंदुस्तान जां भारत नहीं होना सी जे धन गुरु तेग बहादुर साहब जी अपना सीस ना कुर्बान कर दे। ये इस्लामिक देश होना सी इत्थे।
और इत्थे थां थां मसीतां होणीਆਂ सी। सिख पंथ जां खालसा पंथ कह लो, हर धर्म का असीं सत्कार करते हाँ। खालसे ने जुल्म दे नाल ही टक्कर लई है, जुल्म का ही मुकाबला किया, जुल्म नूं मिटाउण लई कुर्बानियां कीतियां। धर्म हर एक सत्कारयोग है, पर कई मनुख धर्म की आड़ दे विच फिर वड्डे वड्डे दुनिया के उत्ते जुल्म करते हैं, जबर करते हैं। औरंगजेब ने एडा जुल्म ढाया होया सी कि हिंदुस्तान का, भारत का नामो निशान ही मिटा देना सी उसने। ये इस्लामिक कंट्री होनी सी, देश होना सी। अज जे अज हिंदुस्तान की होंद है ना, तो यह धन गुरु तेग बहादुर साहब जी की कुर्बानी की बदौलत है, उन्हों की शहीदी की बदौलत है कि ये देश दुनिया में रह सकिया, इसकी होंद रह सकी है। एडी वड्डी कुर्बानी धन गुरु तेग बहादुर साहब सच्चे पातशाह जी ने की। बहुत वड्डा इतिहास है साध संगत जी, पर समा आग्या नहीं दिंदा कि मैं विस्तार विच जावां बहुता। इस करके हर गुरसिख माई भाई का यह फर्ज है कि नौवें पातशाह जी के अवतार धारण की शताब्दी दे विच तन मन धन नाल आपां वध चढ़ के सेवा करनी है। घट तो घट हर सिख माई भाई श्री अमृतसर साहिब जाके इस शताब्दी के दिनों में सतगुरां दे अस्थान दे दर्शन जरूर करके आवे, उत्थे हाजरी जरूर भरे। सचखंड श्री हरमंदर साहब जी दे दर्शन और अमृत सरोवर दे इशनान, गुरु के महलों दे दर्शन हर माई भाई नूं जरूर उत्थे दर्शन करन जाना चाहिए। दुनिया भर विच बैठे हर सिख नूं जे शरीर करके कोई नहीं आ सकता तो मन करके इन्हां दिनां विच, शताब्दी दे दिनां विच अरदास करके हाजरी जरूर लाउणी चाहिदी है। और जेड़े सेवा कर सकते भाई वध चढ़ के सेवा करो। हिंदू धर्म के पूजनीक 33 करोड़ देवी देवते है, पर जिस दिन तो धन गुरु तेग बहादुर साहब जी की शहादत हुई है, उस दिन तो बाद हिंदू धर्म के जिन्ने अवतार 33 करोड़ देवी देवते है, वो सारे धन गुरु तेग बहादुर साहब जी के ऋणी है, करजई है, करजई। हिंदू धर्म के उपासक जिथे अपने देवी देवतियां की पूजा करते हैं, उन्हां दी पूजा तद सफल होएगी जे वो धन गुरु तेग बहादुर साहब जी नूं पूज के, सतगुरु जी नूं ध्या के, सतगुरु जी नूं नमस्कार करके फिर अपनी पूजा आरंभ करनगे। तां उन्हां दी पूजा उन्हां दे देवी देवतियां दे दर ते प्रवान हुंदी है। इस करके इको एक सतगुरु होए धन गुरु तेग बहादुर साहब सच्चे पातशाह, जिन्हां ने एडे वड्डे महान परोपकार किए हैं। उन्हां सतगुरां दा 400 साला अवतार धारण दे गुरपुरब की शताब्दी नूं समर्पित ये समागम सतगुरां दी याद विच रखे गए है। दूसरा श्री अकाल तख्त साहब जी के जथेदार साहिब जी वालों ये आग्या समुचे पंथ नूं कीती गई सी। पंथ नूं आदेश दिता गया सी श्री अकाल तख्त साहब तो पंजा सिंह साहिबाना वालों कि ननकाना साहब जी की शताब्दी नूं समर्पित सारियां जथेबंदियां एक एक समागम जरूर कराउण। वध हो जाण तां बहुत चंगी गल है, क्योंकि 21 फरवरी नूं ननकाना साहब हिंदुस्तान तो संगतां दा जथा जाना सी, जिन्हां ने जाके ननकाना साहब के शहीदां की, पंजा साहब के शहीदां की 100 साला शताब्दी उन्हां गुरधामां ते जाके मनाउणी सी। पर भारत सरकार का जुलमी रवैया देखो कित्थों तक चलिया गया। किसान अपने हकों की खातर किड्डा वड्डा महीनों तो संघर्ष कर रहे हैं। साध संगत जी मैं बेनती करदे हां, हिंदुस्तान की नहीं बल्कि सारी दुनिया की रीढ़ की हड्डी जे है तो किसान अते मजदूर है।
ਤੇ ਦੁਨੀਆ ਦੀ ਜਿੰਨੀ ਇਕੋਨਮੀ है, अर्थचारा है, ਇਹ ਵੀ ਕਿਸਾਨਾਂ ਤੇ ਮਜ਼ਦੂਰਾਂ ਦੇ ਸਿਰ ਕਰਕੇ ਹੀ ਸਾਧ ਸੰਗਤ ਜੀ ਖਲੋਤਾ ਹੋਇਆ, ਬਚਿਆ ਹੋਇਆ। ਦੁਨੀਆ ਦੇ ਅਰਥਚਾਰੇ ਨੂੰ ਜੇ ਬਚਾ ਸਕਦੀ ਹੈ, ਕਿਸਾਨੀ ਬਚਾ ਸਕਦੀ ਹੈ, ਮਿਹਨਤਾਂ ਮਸ਼ੱਕਤਾਂ ਬਚਾ ਸਕਦੀਆਂ ਹਨ। ਅੱਜ ਦੁਨੀਆ ਦੀ ਅਰਥ ਵਿਵਸਥਾ ਡਾਮਾਡੋਲ ਹੋਈ ਹੋਈ ਹੈ। ਕਾਰਨ ਕੀ ਹੈ? ਕਿਸਾਨੀ ਦੇ ਨਾਲ ਬਹੁਤ ਵੱਡਾ ਅਨਿਆਂ ਕੀਤਾ ਜਾ ਰਿਹਾ। ਬਾਹਰਲੇ ਮੁਲਕਾਂ ਦੇ ਵਿੱਚ ਮੈਂ ਵੇਖਿਆ ਹੈ ਕਿਸਾਨੀ ਨੂੰ ਬਹੁਤ ਵੱਡੀਆਂ ਤਰਜੀਹਾਂ ਦਿੱਤੀਆਂ ਜਾਂਦੀਆਂ। ਉੱਥੇ ਅਮਰੀਕਾ ਵਰਗੇ ਮੁਲਕਾਂ ਵਿੱਚ ਕਈ ਵਾਰੀ ਫਸਲ ਜ਼ਿਆਦਾ ਹੋ ਜਾਏ, ਸਰਕਾਰ ਦੇ ਗੋਦਾਮ ਖਜ਼ਾਨੇ ਭਰ ਜਾਣ, ਪਰ ਸਰਕਾਰ ਕਿਸਾਨਾਂ ਦੀ ਫਸਲ ਫਿਰ ਵੀ ਉਸੇ ਭਾਅ 'ਤੇ ਚੁੱਕਦੀ ਹੈ। ਜੇ ਨਾ ਵੀ ਲੋੜ ਹੋਵੇ ਤਾਂ ਵੀ ਚੁੱਕਦੀ ਹੈ ਕਿ ਕਿਸਾਨੀ ਨੂੰ ਕਦੇ ਕੋਈ ਘਾਟਾ ਨਾ ਪੈ ਜਾਏ। ਔਰ ਉਹਨਾਂ ਦੇ ਵਰਤੋਂ ਵਿੱਚ ਆਉਣ ਵਾਲੇ ਜਿੰਨੇ ਵੀ ਸੰਦ ਹੁੰਦੇ ਹੈ, ਜਿੰਨੀ ਵੀ ਮਸ਼ੀਨਰੀ ਹੁੰਦੀ ਹੈ, ਜਾਂ ਜਿੰਨਾ ਵੀ ਤੇਲ ਲੱਗਦਾ, ਸਾਰਿਆਂ ਉੱਤੇ ਬਹੁਤ ਵੱਡੀ ਸਬਸਿਡੀ ਦਿੱਤੀ ਜਾਂਦੀ ਹੈ। ਕਿਸਾਨੀ ਨੂੰ ਮੁੱਢ ਮੰਨ ਕੇ ਅਰਥਚਾਰੇ ਦਾ ਇਸ ਨੂੰ ਬਚਾਉਣ ਲਈ ਬਹੁਤ ਪੁਖਤਾ ਇੰਤਜ਼ਾਮ ਕੀਤੇ ਹੋਏ ਹੈ। ਪਰ ਹਿੰਦੁਸਤਾਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿਸਾਨੀ ਨੂੰ ਖਤਮ ਕਰਨ ਵਾਸਤੇ ਮੌਕੇ ਦੀ ਹਕੂਮਤ ਨੇ ਕਿੰਨੇ ਭੈੜੇ ਕਾਨੂੰਨ ਬਣਾ ਦਿੱਤੇ, ਜਿਨ੍ਹਾਂ ਦਾ ਬਹੁਤ ਵੱਡਾ ਖਤਰਾ। ਜੇ ਦੇਖੀਏ ਇਕੱਲੇ ਪੰਜਾਬ ਨੂੰ ਤਾਂ ਨਹੀਂ ਨਾ ਖਤਰਾ, ਪੰਜਾਬ ਤਾਂ ਇੱਕ ਛੋਟਾ ਜਿਹਾ ਸੂਬਾ, ਹਿੰਦੁਸਤਾਨ ਦੇ 22 ਤੋਂ ਉੱਤੇ ਸੂਬੇ ਬਣ ਚੁੱਕੇ ਹੈ। ਸਾਰੇ ਸੂਬਿਆਂ ਨੂੰ ਖਤਰਾ ਇਹਨਾਂ ਕਾਨੂੰਨਾਂ ਦੇ ਨਾਲ। ਪਰ ਸੰਘਰਸ਼ ਪੰਜਾਬ ਕਰ ਰਿਹਾ ਸਾਧ ਸੰਗਤ ਜੀ। ਪੰਜਾਬ ਨੇ ਪਹਿਲ ਕਦਮੀ ਕੀਤੀ ਹੈ, ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੁਹਾਡੇ ਅੰਦਰ ਇਹ ਵੀਰਤਾ ਦਾ ਖੂਨ, ਸ਼ੂਰ ਵੀਰਤਾ ਵਾਲਾ ਅਣਖੀ ਖੂਨ ਤੁਹਾਡੇ ਅੰਦਰ ਪੈਦਾ ਕੀਤਾ ਕਿ ਹਰ ਜ਼ੁਲਮ ਦੇ ਖਿਲਾਫ ਤੁਸੀਂ ਡਟਣਾ। ਹਰ ਜ਼ੁਲਮ ਦੇ ਖਿਲਾਫ ਸਿੱਖਾਂ ਨੇ ਆਪਣੀ ਆਵਾਜ਼ ਉਠਾਉਣੀ ਹੈ। ਹਰ ਜ਼ੁਲਮ ਦਾ ਖਿੜੇ ਮੱਥੇ ਮੁਕਾਬਲਾ ਕਰਨਾ। ਇਹ ਬਰਕਤਾਂ ਤੁਹਾਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀਆਂ। ਇਸ ਕਰਕੇ ਬਹੁਤ ਵੱਡਾ ਸੰਘਰਸ਼ ਚੱਲ ਰਿਹਾ। ਸਰਕਾਰ ਨੇ ਉਸ ਸੰਘਰਸ਼ ਦੀ ਆੜ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਨਨਕਾਣਾ ਸਾਹਿਬ, ਪੰਜਾ ਸਾਹਿਬ ਜਾ ਕੇ ਨਨਕਾਣਾ ਸਾਹਿਬ ਦੇ ਸਾਕੇ ਦੀ, ਪੰਜਾ ਸਾਹਿਬ ਦੇ ਸਾਕੇ ਦੀ 100 ਸਾਲਾ ਸ਼ਤਾਬਦੀ ਮਨਾਉਣੀ ਸੀ, ਉਸ ਜਥੇ ਨੂੰ ਜਾਣ ਤੇ ਰੋਕ ਲਾਈ। ਤਾਂ ਫਿਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ, ਪੰਜੇ ਸਿੰਘ ਸਾਹਿਬਾਨਾਂ ਨੇ ਫੈਸਲਾ ਲਿਆ ਕਿ ਅਸੀਂ ਤਾਂ ਇੱਕ ਦਿਨ ਸ਼ਤਾਬਦੀ ਮਨਾਉਣੀ ਸੀ। ਨਨਕਾਣਾ ਸਾਹਿਬ, ਪੰਜਾ ਸਾਹਿਬ ਪ੍ਰਤੀਕਰਮ ਦਾ ਪ੍ਰਤੀਕਰਮ ਦੇਣਾ ਹੁੰਦਾ ਕੌਮ ਨੇ। ਇਸ ਕਰਕੇ ਹੁਣ ਸਾਰਾ ਸਿੱਖ ਪੰਥ ਪੂਰਾ 1 ਮਹੀਨਾ ਇਸ ਸ਼ਤਾਬਦੀ ਨੂੰ ਯਾਦ ਨੂੰ ਸਮਰਪਿਤ ਸਮਾਗਮ ਕਰੇਗਾ ਵੱਖ-ਵੱਖ ਥਾਵਾਂ ਤੇ। ਸਾਧ ਸੰਗਤ ਜੀ, ਇਹ ਸਾਕੇ ਕਿਉਂ ਵਰਤੇ? ਨਨਕਾਣਾ ਸਾਹਿਬ, ਪੰਜਾ ਸਾਹਿਬ ਦੇ ਸਾਕੇ ਕਿਉਂ ਵਰਤੇ? ਹੋਰ ਗੁਰਧਾਮਾਂ ਤੇ ਮੁਕਤਸਰ ਸਾਹਿਬ ਦੇ ਸਾਕੇ ਕਿਉਂ ਵਰਤੇ? ਉਹਨਾਂ ਦਾ ਕਾਰਨ ਸੀ ਕਿ ਉਹਨਾਂ ਗੁਰ ਸਥਾਨਾਂ ਤੇ ਜਿਹੜੇ ਪ੍ਰਬੰਧਕ ਉਦੋਂ ਮਹੰਤ ਥਾਪੇ ਹੋਏ ਸਨ, ਬਣਾਏ ਹੋਏ ਸਨ, ਇਹ ਸੀਨਾ ਮਸੀਨਾ ਵੱਖ-ਵੱਖ ਸੰਪਰਦਾਵਾਂ ਜਥੇਬੰਦੀਆਂ ਦੇ ਵਿੱਚੋਂ ਨੁਮਾਇੰਦੇ ਜਾ ਕੇ ਸੇਵਾ ਸੰਭਾਲ ਕਰਿਆ ਕਰਦੇ ਸਨ ਗੁਰਧਾਮਾਂ ਦੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਉਦਾਸੀ ਸੰਤਾਂ ਨੂੰ, ਜਿਵੇਂ ਭਾਈ ਗੁਰਬਖਸ਼ ਦਾਸ ਸੰਤ ਨੂੰ ਆਨੰਦਪੁਰ ਸਾਹਿਬ ਦੀ ਸੇਵਾ ਸੰਭਾਲੀ ਸੀ। 6ਵੇਂ ਪਾਤਸ਼ਾਹ ਜੀ ਨੇ ਅਲਮਸਤ ਸਾਧੂ ਨੂੰ ਨਾਨਕ ਮਤਾ ਸਾਹਿਬ ਜੀ ਦੇ ਸਥਾਨ ਦਾ ਪ੍ਰਬੰਧ ਦਿੱਤਾ ਸੀ। ਇਹ ਗੁਰੂ ਕਾਲ ਤੋਂ ਇਹ ਜਥੇਬੰਦੀਆਂ ਸੇਵਾ ਸੰਭਾਲ ਕਰਦੀਆਂ ਆ ਰਹੀਆਂ ਸਨ। ਪਰ ਕੁਝ ਐਸੇ ਲੋਕ ਵਿੱਚੋਂ ਪੈਦਾ ਹੋਏ, ਚੜ੍ਹਤ ਚੜਾਵਾ ਗੁਰੂ ਨੂੰ ਜਿੰਨਾ ਚੜ੍ਹਨਾ, ਉਸ ਮਾਇਆ ਦੀ ਦੁਰਵਰਤੋਂ ਕਰਦਿਆਂ, ਉਸ ਮਾਇਆ ਦੇ ਲੰਗਰ ਚਲਾਉਣ ਦੀ ਥਾਂ, ਗੁਰੂ ਕੀਆਂ ਇਮਾਰਤਾਂ ਬਣਾਉਣ ਦੀ ਥਾਂ, ਲੋੜਵੰਦਾਂ ਦੀ ਸੇਵਾ ਕਰਨ ਦੀ ਥਾਂ, ਦੁਖੀਆਂ ਦੀ ਸੇਵਾ ਕਰਨ ਦੀ ਥਾਂ, ਉਹਨਾਂ ਨੇ ਆਪੋ ਆਪਣੇ ਐਸ਼ੋ ਇਸ਼ਰਤ ਦੇ ਇਹ ਅੱਡੇ ਬਣਾ ਲਏ ਸਨ ਗੁਰ ਅਸਥਾਨ।
महंत की करते सन? शराबां पींदे सन, बेविचार करते सन। जे कोई संगत दर्शन करन आउंदी तां आई संगत दा बहुत निरादर करते सन, ते लंगर प्रशादा भी आई संगत नूं कोई बहुता चंगा ना देना। आप पूरी ऐशो आराम की जिंदगी बसर करनी और सेवा संभाल भी नहीं चंगी तरह गुरु साहब जी की करनी। सुंदर रुमाले, सुंदर बिछाई, सुंदर प्रकाशमान स्थानां की सेवा, महाराज साहब के स्थानां का नित इशनान, नित की तैयारी, नित की सेवा। इन्हां वल्लों बहुत मन उत्ते इन्नी मलीनता पैदा हो गई सी, पूजा का धान खा खा के गुरु का सत्कार करना भुल गए सन। मन मैला हो चुका सी। सेवा करदे साध संगत जी मन निर्मल रहिंदा है। इस करके संगत की माया की दुर्वरतों करन दे नाल ये लोग जिहड़े सन ये पापी बन चुके सन। फिर सिख पंथ दे जुम्मेवार सिंघां दे अंदर, संगतां दे अंदर महंतां दे जुल्म दे खिलाफ एक लहर चली, जिसका नाम सी गुरुद्वारा सुधार लहर। गुरुद्वारा सुधार लहर समुचे पंथ ने श्री अकाल तख्त साहब तो चलाई। और इस गुरुद्वारा सुधार लहर विच जिथे बहुत वड्डी सिख संगतां ने, सिख पंथ दे आगू सिंघां ने सेवा की। सरदार तेजा सिंह जी समुंदरी आदਿਕ वर्गे सिंह, होर बहुत वड्डे वड्डे चढ़दी कला वाले सिंह सन। उन्हां विच पंथ रतन ब्रह्म ज्ञानी संत बाबा सुंदर सिंह जी भिंडरां वाले, जो दमदमी टकसाल के 11वें मुखी सन, उन्हां महापुरखों ने भी बहुत वड्डा योगदान पाया। मुक्तसर साहब जी का गुरुद्वारा 21 दिनों में महंतां तो आज़ाद करवा के पंथ के प्रबंध थले लिया के दिता। जैतों के मोर्चे विच इस तरह गुरु के बाग होर मोर्चों के विच बहुत वड्डी सेवा उन्हां महापुरखों ने भी निभाई सी। सो साध संगत जी, नरैणू महंत ने जदों सरदार लक्ष्मण सिंह जी धारोवाली का जत्था ननकाणा साहब के प्रबंध नूं आज़ाद कराउण वास्ते उन्हां दे नाल सिंह इकट्ठे होके गए, तां उस समय की अंग्रेज हुकूमत भी साध संगत जी महंतां की बहुत वड्डी मदद कर रही सी। वो तो चाहते ही नहीं सन कि सिख जिहड़े जुल्म के खिलाफ उठन, सिखां नूं दबा के रखा जाए। डरदे भी सन कि जे एक दिन सिख कौम उठ खड़ी तो अंग्रेज़ों का राज इत्थों खत्म हो जाएगा। दुआबे की धरती तो देश भगत गदरी बाबे उन्हां महापुरखों ने बहुत वड्डियां कुर्बानियां कीतियां। तुहाडे नेड़े बाबा बंता सिंह जी संघवाल पिंड दे गदरी बाबे होए, होर बड़े वड्डे वड्डे योधे होए जिन्हां ने बहुत वड्डियां कुर्बानियां कीतियां अंग्रेज साम्राज नूं इत्थों जड़ां तो उन्हां दियां जड़ां पुट्टण वास्ते, जड़ां उखेड़न वास्ते। सो इसे तरह साध संगत जी, ये सिंह जदों नरैणू महंत कोलों ननकाणा साहब का प्रबंध लैण वास्ते गए, अंग्रेज़ों की शह सी बहुत वड्डी महंतां नूं, तां महंतां ने बदमाशां नूं थां थां मोर्चे बंदी करके हथियारां समेत बिठाया होया सी। जांदे ही जथे नूं घेरे विच लै के एक एक सिंह नूं बड़ी बेरहमी दे नाल शहीद कीता। भाई लक्ष्मण सिंह जी धारोवाली नूं, जो अज भी ननकाणा साहब दे सतगुरु जी के स्थान के चुगिरदे विच जंड है, उस नाल जिउंदे जी बन के उत्ते तेल का पीपा पा के साड़ के शहीद कर दिता। अज तो 100 साल पहला ये ननकाणा साहब का साका जदों वरतिया 21 फरवरी, अज तो 100 साल पहला 1900 दे विच। सो साध संगत जी, इस करके ये जिहड़े गुरसिख सन, इन्हां सिंघां ने बड़ियां कुर्बानियां दे दे के गुरस्थान गुरधाम महंतां दे प्रबंध विचों आज़ाद करवा के पंथक प्रबंध थले लिआंदे। गुरधामां दी मर्यादा बहाल कराउण लई बहुत वड्डियां लामसाल कुर्बानियां कीतियां। सो आपां ननकाणा साहब दे 50 साहब दे शहीदां दी ऐसी महान 100 साला शताब्दी नूं समर्पित इन्हां समागमां दे अंदर आपां हाज़री भर रहे हैं। सो नाल नाल साध संगत जी,
दमदमी टकसाल के पहले मुखी अमर शहीद ब्रह्म ज्ञानी धन बाबा दीप सिंह साहब जी की भी याद नूं, क्योंकि उन्हां दी जथेबंदी है कलगीधर पातशाह जी ने साजी है, उन्हां दी याद मनाउणी साडा सारियां दा फर्ज है। सो उन्हां दी याद नूं भी ताज़ा किया जा रहा है। जिन्हां शहीदां ने इस स्थान ते महान शहादतां दित्तियां, कुर्बानियां कीतियां, गुरु काल दे नाल जुड़े होए वो गुरसिख बाबे वो शहीद सन, उन्हां दी याद नूं भी आपां ताज़ा कर रहे हैं। इस करके इस स्थान का नाम गुरुद्वारा बाबे शहीदां है। शहीद कौन हुंदा है? जिहड़ा धर्म की खातर अपनी कुर्बानी कर दवे। सूरे वो ना आखिया जे अहंकार मरै दुख पावै, अहंकार मोए से विगति गए, मर जन्मै फिर आवै। सूरमा कौन है? सूरा सो पहचानिया जो लरै दीन के हेत, पुरजा पुरजा कट मरै कबहू ना छाड़ै के। धर्म की खातर जिहड़ा जूझ गया वो असली शहीद है, असली सूरमा है। शहीदां की याद नूं मनाउणा साडा सारियां दा फर्ज है। सिंह साहब जी कह के गए ना, शहीद कौम का सरमाया हुंदे है। सरमाए का अर्थ हुंदा खजाना, दौलत। सिख कौम की दौलत, सिख कौम का खजाना की है? शहीद। शहीदां दे सरमाए दे उत्ते कौम साडी अगे तो अगे चल रही है। साध संगत जी, जेड़ी कौम विच शहीद पैदा नहीं हुंदे उन्हां कौमां दा दुनिया तो नामो निशान मिट जांदा, नेस तो नबूद हो जांदियां वो कौमां दुनिया दे उत्ते। क्योंकि अज भी दुनिया दे विच एक असूल बनाया होया कि जोरावर बंदे जिहड़े आ वो माड़ियां नूं दबा के उन्हां दे राज साज उत्ते, उन्हां दियां पदवियां दे उत्ते, उन्हां दी दौलत उत्ते, उन्हां दियां जमीनां दे उत्ते कब्जा कर लैंदे है और उन्होंने सदा सदा लई मार के खत्म कर देंदे है। वड्डे वड्डे मुल्कां वल भी अज तुसीं देख लो, दुनिया दे विच जोरावरां दा ही राज है जिथे किते भी देखा जाए। ते जेड़े अपनी अणख वीरता की खातर डट जाते हैं, जरवाने का जुल्म नहीं सहारते और जलवाने दे सामने डट के खिड़े मत्थे कुर्बानी दे जाते हैं। वो अपनी कौम नूं, अपने विरसे नूं, अपने असूलां नूं, अपनी कौम की होंद नूं सदा लई बचा लेंदे हैं, भावें थोड़े रह जाण, मुट्ठी भर भी रह जाण। दुनिया में ऐसे ऐसे योधे बहादुर सूरमे होए, एक एक व्यक्ति ने कुर्बानी दे के अपनी कौम बचा ली, एक एक व्यक्ति ने। पर साध संगत जी, ये धन गुरु नानक साहब जी का सिख पंथ, खालसा पंथ, ये तो पैदा ही शहीदियां विचों होया। इत्थे तो इन्नियां शहीदियां हुईयां कि गिनती करके नहीं दसी जा सकती। एक एक कदम तुरीए पता नहीं तुहाडे एक एक कदम दे अगे अगे किन्ने किन्ने शहीद सिंघां दे सीस लगे हुए हैं। और अज तो लैके नहीं, अबदाली तो लैके एक कौम जुल्म के खिलाफ ही लड़ती आई है। धन गुरु नानक साहब ने बाबर नूं जाबर कह के बंगार दिता सी इमनाबाद की धरती ते। वो कल्ले धन गुरु नानक साहब सन जिन्हां ने बाबर दे जुल्म नूं ठल पाई। राजे सी मुकदम कुत्ते जाए जगाइन, बैठे सुते बाणी उचार दिती सी। धन गुरु नानक साहब सच्चे पातशाह जी ने वीरता तुहाडे अंदर भरी है, ये स्वैमान तुहाडे अंदर भरिया है, ये धर्म के असूल तुहाडे अंदर भर के सतगुरु जी ने तुहानू वीरता का खजाना बख्शिश किया है। इस करके शहीदां दे सिरां ते दुनिया दे अंदर कौमां राज भाग करदियां, कौमां अपनी होंद नूं बचाउंदियां, कौमां अपना इतिहास आउण वालियां पीढ़ियां लई सिरजदियां हन। सो साध संगत जी, जे शहीदां नूं भुल जाइए ना तो कौमां दी होंद भी थोड़े समय बाद समाप्त हो जाती है। शहीदां नूं याद करना, उन्हां दीयां यादां ताज़ा करनियां साडा फर्ज है। इस करके आपां समूहक रूप दे विच शहीदां दी याद भी मना रहे हैं। सतगुरु जी ने जो
अखंड पाठ साहब शहीदां दी याद विच रखे सन। उन्हां दे भोग जदों पाए गए उपरंत अरदास होई, जो श्री मुखवाक सच्चे पातशाह जी ने बख्शिश कीते, उन्हां दी कथा थोड़ा समा आप संगतां होर सरवण करो। ये श्री मुखवाक धन गुरु अर्जन देव साहब जी ने आप अपने पावन पवित्र मुखार बिंद तो उचारण किए। शब्द की उथानका है। श्री अमृतसर साहिब जी की धरती ते एक वेरी तपाली पै गई। पहले समयां दे विच साध संगत जी बुखार नूं कहंदे सी ताप चढ़ गया। जे कोई व्यक्ति बुखार दा मरीज हुंदा तां सियाणे कहा करदे सन इहनूं बहुत ताप चढ़िया होया। क्यों? बुखार शरीर नूं तपा दिंदा, अग वर्गा कर दिंदा, तपा दिंदा। तपाउण तो इहदा नाम ताप पै गया है। और तपाली सारियां लोकां नूं जदों इस तरह की बीमारी घेर लैंदी तां कहंदे सन भी तपाली पै गई है। जिवें हैजा जदों फैल जांदा सी पुराने समयां दे विच, उस दा नाम सी मरी पै जानी। कि हैजे दे नाल लोग हज़ारां लखां दी गिनती दे विच लोग मर जाया करदे सन। कहंदे मरी पई हुई है। मालवे दे विच मरी पै गई, हैजा फैल गया। धन गुरु गोबिंद सिंह साहब जी दे चरनां विच तख्त श्री दमदमा साहिब आके संगतां ने लोकां ने बेनती की, महाराज मरी पई है, बचाओ जे बच सकती है दुनिया, कृपा करो। तो धन गुरु गोबिंद सिंह साहब जी ने बड़े प्रसन्न होकर बचन किए सन। कहते भाई जिहड़ा खंडे बाटे का अमृत छक लेगा ओदी मरी की बीमारी नाल मौत नहीं होएगी, वो तंदुरुस्त हो जाएगा। और सतगुरु जी के बचनों नाल 1,30,000 प्राणियां ने दमदमा साहब उदों खंडे बाटे का अमृत छकिया। अमृत नाल ही सतगुरु जी ने जिहड़ी तपाली सी, मरी सी, ये भैड़ी बीमारी मेट दिती, नाश कर दी। इतिहास विच मरी शब्द आया इस बीमारी का नाम। वो अमृतसर साहब दे विच भी तपाली पै गई, बीमारी फैल गई। संगतां ने बेनती की, महाराज कृपा करो। शहर निवासी तपाली दे अधीन होने करके बड़े दुखी है। जवान बजुर्ग, मामा, बच्चे सब तपाली दे अधीन होने करके मरदे जा रहे हैं। अजकल भी साध संगत जी करोना वायरस 19 कोविड फैलिया होया ना दुनिया विच, लखां ही दुनिया मर चुकी है। दुनिया के अंकड़े जदों कढ़ा के वेखोगे तो इस गल तो एक संकेत परमेश्वर ने दिता कि जेड़े लोग कहंदे आ ना भी साइंस उत्ते दुनिया खलोती हुई है, रब की शक्ति तो इनकारी जिहड़े लोग सन, उन्होंने वाहिगुरू ने सबक दिता। उहदी नीयत ही ऐसी है कि परमात्मा की शक्ति अगे उहदियां जो महान कला हन उन्हां अगे किसी का भी कोई वस नहीं चलता। जे वो चाहे तो एक खिन विच सारियां नूं मार सकदा, जे चाहे तो एक खिन विच बचा सकदा। किसी का वस नहीं चलिया। वड्डियां वड्डियां हिकमतां भी ला लियां दुनिया ने, वड्डे वड्डे जोर भी ला लए। रब दी होंद तो भी इनकारी सन कि रब नाम दियां गल्लां ही है, रब कित्थे है। पर यह तो रब की कुदरत है। कुदरत दे अगे किसी का वस नहीं चलिया। सारी दुनिया ने वेख लिया अपन अखां दे नाल। वड्डे वड्डे मुल्क अमेरिका, कनेडा, इंग्लैंड वर्गे, फ्रांस वर्गे मुल्क भी हथ खड़े कर गए कि परमात्मा की रजा अगे साडा कोई जोर नहीं। उसे अगे अरदास करो, उसे अगे फरियाद करो कि दुनिया नूं इस संकट विचों कढ लवे। वाहिगुरू परमेश्वर कदे कदे कौतक वरताउंदा जदों दुनिया उह तों बेमुख हो जाती है, लोग भुल जाते हैं ना उन्होंने, फिर वाहिगुरू परमेश्वर दुनिया नूं ऐसे कौतक दिखाउंदा कि दुनिया सीधे रस्ते ते फिर पै जाए। नहीं तो लोग भाई वाहिगुरू नूं भुल के कुराहे पै जाते हैं। बेमुख होए राम ते लगन जन्म विजोग। बेमुख हो के परमेश्वर तो लोग फिर मन मर्जियां करते हैं, पाप करते हैं, परमेश्वर तो आकी हो जाते हैं।
फिर वाहिगुरु ऐसा कोई ना कोई कौतक रच दिंदा ते दुनिया नूं फिर वो अपने नाल सीधे रस्ते तोर के अपनी भगती नाल, अपने चरनां नाल, शुभ गुणां नाल, सेवा सिमरन भाव भगती परोपकार दे रस्ते ते तोर दिंदा है। इस करके वाहिगुरु दी नेत है। सो भाई इस तरह का उदों तपाली पई ते धन गुरु अर्जन देव जी नूं शहर निवासियों ने बेनती की। महाराज कहते भाई सरोवर विच आके इशनान करो, सारिਆਂ ਦਾ ताप लह जाएगा और नाल नाल सारे परमेश्वर का नाम जपो। जदों साध संगत जी सारे शहर विच सारे जीव तंदुरुस्त हो गए तो सारिया शहर निवासी संगतां सतगुरु जी का शुकराना करन आईयां कि महाराज तुहाडे बचनां नाल शहर विचों तपाली हट गई है, बुखार की बीमारी हट गई है, सारे नवे निरोग तंदुरुस्त हो गए। आप जी का शुकराना करन आए हाँ। उदों फिर सतगुरु जी ने भाई ये शब्द उचारिया सी, कहंदे भाई शुकराना तो वाहिगुरु परमेश्वर का करो। रहाऊ दियां पंक्तियां तो होई राजे राम की रखवाली। कहंदे जिहड़ा रमिया होया राम परमेश्वर है ना, सारियां दा ही राजा वो है। राजान राज पानान पान, देवान देव उपमा महान। राजियां दा राजा वाहिगुरु परमेश्वर है। उस रमे परमेश्वर ने रख्या की, उन्हें बचाया तुहानू, इस करके उहदा शुकराना करो। आप परमेश्वर का स्वरूप है, पर निमरता कितनी वड्डी है। अपने बचनां नाल आप ही दुख कट्टे, पर निमरता कितनी वड्डी है। परमेश्वर का वाहिगुरु का जस करन की आग्ञा दे रहे हैं। ये शब्द उदों सतगुरु जी ने उचारे सन। मन बिरती नूं एकाग्र करके आप संगतां आए हुए श्री मुखवाक की कथा सुनो। सतनाम श्री वाहिगुरु साहिब जी। सोरठ महला पंजवा। सोरठ नागनी अंदर धन गुरु अर्जन देव साहिब सच्चे पातशाह जी परम पवित्र उपदेश बख्शिश कर रहे हैं। दुरत गवाया हर प्रभ आपे। दुरत का अर्थ होंदा कठिन, औखियाई वाला समा, दुखदायक समा। ऐसा समा जिहड़ा दुख मन और तन तो सहारिया न जावे, बंदा डोल जावे, अवस्था डामा डोल हो जाए। सतगुरु जी कहते भाई हरि परमेश्वर जो हर एक नूं हरे भरे करन वाला है। प्रभु जी की होंद हस्ती सदैव काल रहन वाली है। पर शब्द उपसर्ग है ते भू शब्द जिहड़ा साध संगत जी सत्याम धातु तो बनिया। इसका अर्थ है जिसकी हस्ती सदैव काल रहे उन्होंने प्रभ कहा जाता है। ऐसा सदा रहन वाला जो प्रभु परमेश्वर हरि वाहिगुरु है। टकसाल अनुसार इसका अर्थ है पर विशेष करके सारे भै डर लाउण वाला जिहड़ा है उसनूं प्रभु कहा जाता है। इस करके ऐसा हरि प्रभु वाहिगुरु उसने औखा कठिनाई का दुखों का समा आप ही गवा दिता, दूर कर दिता, भाव निवृत्त कर दिता है। सब संसार उबारिया। सारे संसार नूं, संसार दे जीवां नूं उसने उबारिया, बचा लिया, भाव रख्या कीती है। ऐसा वो वाहिगुरु परमेश्वर दयालु है। पार ब्रह्म प्रभ किरपा धारी। इस तरह गुरसिखो दुरत जिहड़ा जम्मण मरण का दुख है, दुरत जिहड़ा हंकार का दुख है, दुरत जिहड़ा अज्ञान का दुख है, ये सारिया दुखों नूं प्रभु परमेश्वर आप ही निवृत्त करन वाला है। और संसार दे विचों भी दुखों तो भी, जम्मण मरण दे दुखों तो भी, जमा तो भी वो वाहिगुरु आप ही उबारिया, बचाउण वाला है, रख्या करन वाला है। इस करके पार ब्रह्म प्रभ किरपा धारी जो व्यापक है, प्रकृति द्वारा जिहदा अंत नहीं पाया जाता, पुन्ना पापां तो रहत है, निर्लेप है।
ऐसे प्रभु ने जदों कृपा की दृष्टि की सारियां उत्ते अपना बिरद संभारिया। वाहिगुरु ने अपना बिरद जेड़ा उहदा बिरद है ना सुभाअ है। बिरद दे बहुत अर्थ हैं पर इत्थे बिरद दा अर्थ सुभाअ लगेगा। परमेश्वर ने अपने बिरद दा जो उहदा सुभाअ है ना उस अनुसार जीवां दी रख्या की। परमेश्वर दा बिरद की है, जो शरण आवे तिस कंठ लावै, यो बिरद स्वामी संदा। जेड़ा शरण विच आ गया ना, हथ जोड़ के लम्मा पै गया गुरु दे चरनां विच, परमेश्वर दे अगे ढह पिया, गोडड़े परनी हो गया। गोडने परनी जदों परमेश्वर अगे हो जाता ना बंदा। अरब मुल्कां दे इस्लाम दे जिहड़े लोग सन, साध संगत जी बड़े हंकारी सन। हंकार बहुता होण करके ना मुहम्मद साहब ने नमाज़ां पढ़न वेले एक नियम बनाया कि गोडड़े परनी हो के तुसीं नमाज पढ़िया करो। भाव जदों तुसीं इस तरह नमाज पढ़ोगे तुहाडे अंदर निम्रता पैदा होएगी, तुहाडे अंदरों हंकार दूर होएगा। ते परमेश्वर अगे गोडने परनी होना जेड़ा हो जाता ना परमेश्वर दे अगे, ते परमेश्वर फिर अपने बिरद मुताबक उन्हां दी रख्या करदा, उन्हां दे दुख कट दिंदा। जे कोई हंकारी नहीं होना चाहता रब आपे गोडने परनी कर दिंदा। फिर ऐसी उहदी कला भी हुंदी, ऐसी उहदी शक्ति भी वरतदी है। फिर वड्डियां वड्डियां दे गोडे लवा दिंदा धरती दे उत्ते। फिर कहंदे हुण साडी बेबसी है, साडे वस विच नहीं, हुण वाहिगुरू तू साडी बांह फड़, साडी रखिया कर। जे पहले ही उहदे अगे जुड़े रहीए तां गोडने परनी होण दी लोड़ ही ना पवे। सो इस करके भाई परमेश्वर फिर अपना बिरद अपने सुभाअ मुताबक, सुभाअ उहदा की है दयालु होना, कृपालु होना, जीवां दे उत्ते दया करनी, ये दयालता वाला उहदा सुभाअ वाहिगुरू परमेश्वर दा। कृपालु है वो, दयालता दा अर्थ है तरस करदा हो। इस करके वाहिगुरू दयालता करके तरस करके फिर जेड़ा उहदी शरण विच आ जांदा उहनूं समारिया चेते करदा है, उन्हां उत्ते कृपा दा हथ रखदा, फिर कृपा दा हथ रख के उन्हां दी रखिया करदा है। होई राजे राम की रखवाली। रवे परमेश्वर वाहिगुरू दी शक्ति ही हर थां ते रखिया करदी है। भाई गुर का शब्द रखवारे चौकी चौगिरद हमारे। काबल दे इलाके का एक सिख व्यापारी घोड़ियां का व्यापार करने वाला धन गुरु अर्जन देव जी के चरणों में आया। गुर इतिहास में सारा प्रसंग आउंदा। सतगुरु जी ने बेनती की, महाराज मैं काबल दी मंडी विचों सवा लाख तो उत्ते दा घोड़ा खरीददा। उदों चांदी दे रुपए चलिया करदे सन। ते महाराज रस्ते च चोर मगर लग जाते, घोड़े चुरा के मेरे घोड़े खो के लै जाते आ सुते पिया। महाराज मेरे घोड़ियां दी अते मेरी रखिया रहे। तुसीं थोड़ा जिहा घट बोल लिया करो, थोड़ा संकोच कर लो। सो साध संगत जी उस वक्त महाराज कहंदे भाई सिखा तू कीर्तन सोहले का पाठ करदा, रखिया दे शब्द पढ़दा। कहन लगा महाराज मैं नहीं कदे ये नितनेम नहीं करदा मैं तां। महाराज कहंदे अमृत वेले उठ के जपजी साहब का पाठ, सुखमनी साहब का पाठ, आसा जी की वार का पाठ करया कर। शाम नूं जदों सौना रखिया दे शब्द कीर्तन सोहले का पाठ करया कर, तेरी भी ते तेरे घोड़ियां दी भी रखिया होएगी। बचन मन्निया रोजाना शाम नूं 5 इशनाना करके घोड़ियां दे विचकार बैठ के कीर्तन सोहले का पाठ रखिया दे शब्द पढ़दा। अज भी हरमंदर साहब विच कीर्तन सोहले तो पहला 2 शब्द ताती वाव न लगी गुर का शब्द रखवारे, ये शब्दों का पाठ किया जाता है। टकसाल विच गुर का शब्द रखवारे ताती वाव न लगई, जय साधु गोबिंद भजन। इसे ही तरह गुजरी राग का शब्द साध संगी मन में चितव चितवनी उदम करो अठनीत, ये शब्दों का पाठ करके फिर कीर्तन सोहले का पाठ किया जाता है।
ਤੇ ਮਹਾਰਾਜ ਕਹਿੰਦੇ ਤੇਰੇ ਘੋੜਿਆਂ ਦੀ ਰੱਖਿਆ ਹੋਏਗੀ। ਚੋਰ ਮਗਰ ਲੱਗ ਗਏ। ਸਿੱਖ ਨੇ ਕੀਰਤਨ ਸੋਹਲੇ ਦਾ ਪਾਠ ਕੀਤਾ ਸਾਧ ਸੰਗਤ ਜੀ। ਤਾਂ ਜਦੋਂ ਚੋਰ ਘੋੜੇ ਚਰਾਉਣ ਵਾਸਤੇ ਆਉਣ, ਆਲੇ ਦੁਆਲੇ ਲੋਹੇ ਦਾ ਕੋਟ ਹੋਇਆ। ਬੜੇ ਹੈਰਾਨ ਹੋਏ ਕਿ ਅੱਗੇ ਤਾਂ ਘੋੜੇ ਚੋਰੀ ਕਰਕੇ ਲੈ ਜਾਈਦੇ ਸੀ, ਲੋਹੇ ਦਾ ਕੋਟ ਕਿੱਥੋਂ ਹੋ ਗਿਆ। ਚੋਰ ਬੜੇ ਸਿਆਣੇ ਹੁੰਦੇ ਆ, ਮਗਰ ਲੱਗੇ ਰਹੇ। ਕਹਿੰਦੇ ਇਹਦੇ ਕੋਲੇ ਕੋਈ ਐਸਾ ਮੰਤਰ ਹੈ ਜਿਹਨੂੰ ਪੜ੍ਹ ਕੇ ਲੋਹੇ ਦਾ ਕੋਟ ਕਰ ਲੈਂਦਾ। ਤੋ ਚੋਰ ਇਸ ਤਾਕ ਵਿੱਚ ਰਹੇ ਕਿ ਕਦੋਂ ਲੋਹੇ ਦਾ ਕੋਟ ਹਟੇ ਅਸੀਂ ਘੋੜੇ ਚਰਾ ਕੇ ਲੈ ਜਾਈਏ। ਸਿੱਖ ਨੂੰ ਮਹਾਰਾਜ ਜੀ ਦਾ ਬਚਨ ਸੀ, ਜਦੋਂ ਤੂੰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰੇਗਾ ਨਾ, ਫਿਰ ਤੇਰਾ ਕੋਟ ਖੁੱਲਿਆ ਕਰੇਗਾ, ਨਹੀਂ ਉਨਾ ਚਿਰ ਕੋਟ ਰਹੇਗਾ ਆਲੇ ਦੁਆਲੇ। ਤੋ ਸਾਧ ਸੰਗਤ ਜੀ ਚੋਰ ਮਗਰ ਲੱਗੇ ਰਹੇ। ਇੱਕ ਦਿਨ ਸਿੱਖ ਜਿਹੜਾ ਸੀ ਬਹੁਤਾ ਥੱਕਿਆ ਹੋਇਆ ਹੋਣ ਕਰਕੇ ਮੰਜੇ ਤੇ ਬੈਠਿਆਂ ਨੀਂਦ ਆ ਗਈ। ਅੱਧਾ ਕੀਰਤਨ ਸੋਹਲੇ ਦਾ ਪਾਠ ਹੋਇਆ, ਅੱਧਾ ਰਹਿ ਗਿਆ। ਨੀਂਦ ਆ ਗਈ, ਆਲਸ ਬਹੁਤੀ ਚੜ ਗਈ ਸਿਰ ਤੇ। ਅੱਧਾ ਕੋਟ ਹੋ ਗਿਆ, ਅੱਧਾ ਰਹਿ ਗਿਆ। ਫਿਰ ਜਾਗ ਆਈ, ਫਟਾਫਟ ਉੱਠ ਕੇ ਪੰਜ ਇਸ਼ਨਾਨਾਂ ਕਰਕੇ ਕੀਰਤਨ ਸੋਹਲੇ ਦਾ ਪਾਠ ਪੂਰਾ ਕੀਤਾ। ਤੇ ਚੋਰ ਅੰਦਰ ਅਜੇ ਆਏ ਹੀ ਸਨ। ਸਾਧ ਸੰਗਤ ਜੀ ਸਾਰੇ ਹੀ ਕੋਟ ਬਣ ਗਏ, ਆਲੇ ਦੁਆਲੇ ਵਿੱਚੇ ਚੋਰ ਕੈਦ ਹੋ ਗਏ। ਹੁਣ ਚੋਰ ਕਿਸੇ ਪਾਸੇ ਨਿਕਲ ਨਹੀਂ ਸਕਦੇ। ਸਿੱਖ ਉੱਠਿਆ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕੀਤਾ। ਚੋਰਾਂ ਨੇ ਜਦੋਂ ਐਸੀ ਗੁਰੂ ਕੀ ਬਾਣੀ ਦੀ ਰੱਬੀ ਸ਼ਕਤੀ, ਰੱਬੀ ਕਰਾਮਾਤ ਵੇਖੀ ਤਾਂ ਚਰਨਾਂ 'ਚ ਪੈ ਗਏ। ਕਹਿਣ ਲੱਗੇ ਸਿੱਖਾ ਤੇਰਾ ਗੁਰੂ ਬੜਾ ਕਾਮਲ ਹੈ, ਭਾਵ ਪੂਰਨ ਗੁਰੂ ਹੈ, ਜਿਹਨੇ ਤੈਨੂੰ ਐਸੀ ਕੋਈ ਕਲਾਮ ਦਿੱਤੀ ਹੈ, ਐਸਾ ਕੋਈ ਨਾਮ ਮੰਤਰ ਦਿੱਤਾ ਜਿਹੜਾ ਤੇਰੇ ਘੋੜਿਆਂ ਦੀ ਵੀ ਤੇਰੀ ਵੀ ਰੱਖਿਆ ਕਰਦਾ। ਸਾਨੂੰ ਵੀ ਐਸੇ ਪੂਰਨ ਗੁਰੂ ਦੇ ਦਰਸ਼ਨ ਕਰਾ। ਅੱਜ ਤੋਂ ਬਾਅਦ ਅਸੀਂ ਤੇਰੇ ਘੋੜੇ ਚੋਰੀ ਨਹੀਂ ਕਰਾਂਗੇ, ਨਹੀਂ ਤਾਂ ਕਿ 1.25 ਲੱਖ ਦੇ ਘੋੜੇ ਚੁਰਾ ਕੇ ਲੈ ਜਾਈਦਾ। ਸਿੱਖ ਉਹਨਾਂ ਚੋਰਾਂ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਲੈ ਕੇ ਆਇਆ। ਸਤਿਗੁਰੂ ਦੇ ਚਰਨਾਂ ਵਿੱਚ ਉਹਨਾਂ ਦੀਆਂ ਭੁੱਲਾਂ ਬਖਸ਼ਾਈਆਂ। ਉਹ ਵੀ ਗੁਰੂ ਕੇ ਸਿੱਖ ਸਜੇ। ਇਉਂ ਭਾਈ ਗੁਰੂ ਦਾ ਸ਼ਬਦ ਇਉਂ ਰੱਖਿਆ ਕਰਦਾ, ਰਖਵਾਲੀ ਰੱਖਿਆ ਕਰਦਾ ਹੈ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਪ੍ਰਤੱਖ ਵੀ ਰੱਖਿਆ ਕਰਦਾ ਦੁਸ਼ਮਣਾਂ ਤੋਂ। ਔਖੀ ਘੜੀ ਨਾ ਦੇਖਣ ਦੇ ਹੀ ਆਪਣਾ ਬਿਰਦ ਸੰਭਾਲੇ। ਜਮਾ ਤੋਂ ਵੀ ਰੱਖਦਾ ਹੈ, ਔਗਣਾ ਰੂਪ ਦੁਸ਼ਮਣਾਂ ਤੋਂ ਵੀ ਰੱਖਿਆ ਕਰਦਾ ਹੈ। ਉਹ ਰਮੈ ਪਰਮੇਸ਼ਰ ਦੀ ਐਸੀ ਰਖਵਾਲੀ ਰੱਖਿਆ ਪ੍ਰਾਪਤ ਹੁੰਦੀ ਹੈ। ਸੂਖ ਸਹਿਜ ਆਨੰਦ ਗੁਣ ਗਾਵੋ। ਭਾਈ ਉਸ ਵਾਹਿਗੁਰੂ ਦੇ ਜਿਹੜਾ ਐਸੀਆਂ ਬਖਸ਼ਿਸ਼ਾਂ ਨਾਲ ਹੈ ਬੰਦੇ ਤੈਨੂੰ ਨਵਾਜਣ ਵਾਲਾ ਹੈ, ਉਸ ਵਾਹਿਗੁਰੂ ਦੇ ਸੁਤੇ ਸਿੱਧ ਤੂੰ ਗੁਣਾਂ ਨੂੰ ਗਾਉਂਦਾ ਰਿਹਾ ਕਰ। ਸੁਤੇ ਸਿੱਧ ਕੀ ਆ? ਹਰ ਦਮ, ਹਰ ਸਵਾਸ, ਹਰ ਪਲ, ਹਰ ਘੜੀ ਘੜੀ। ਇੱਕ ਤਾਂ ਵਿਸ਼ੇਸ਼ ਨਿਤਨੇਮ ਕਰਨਾ, ਬਾਣੀ ਪੜ੍ਹਨੀ, ਸੰਗਤ ਵਿੱਚ ਬੈਠਣਾ, ਇਕੱਠੇ ਪਹਿਰ। ਸਹਿਜ ਦਾ ਅਰਥ ਇੱਥੇ ਸੁਤੇ ਸਿੱਧ। ਸੁਤੇ ਸਿੱਧ ਆਪਣੇ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ ਕਰ, ਉਹਦੀ ਸਿਫਤ ਕਰਿਆ ਕਰ, ਉਹਦੇ ਜਸ ਨੂੰ ਗਾਇਆ ਕਰ। ਫਿਰ ਤੇਰੇ ਅੰਦਰ ਆਨੰਦ ਪੈਦਾ ਹੋ ਜਾਏਗਾ। ਫਿਰ ਤੈਨੂੰ ਸੁਖ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਵੀ ਹੋ ਜਾਏਗੀ। ਮਨ ਤਨ ਦੇਹ ਸੁਖਾਲੀ। ਮਨ ਵੀ ਔਰ ਤਨ, ਇਸੇ ਤਰ੍ਹਾਂ ਜਿਹੜਾ ਤਨ ਸਥੂਲ ਸਰੀਰ ਹੈ, ਦੇਹ ਸੂਖਮ ਸਰੀਰ ਹੈ ਅੰਦਰ, ਤੇ ਤੀਸਰਾ ਮਨ, ਤਿੰਨਾਂ ਨੂੰ ਸੁਖ ਪ੍ਰਾਪਤ ਹੋਏਗਾ। ਤਿੰਨੇ ਸੁਖੀ ਹੋ ਜਾਣਗੇ। ਮਨ ਵੀ ਸੁਖੀ ਹੋ ਜਾਏਗਾ, ਦੇਹ ਵੀ ਸੁਖੀ ਹੋ ਜਾਏਗੀ, ਦੇਹ ਦੇ ਸਾਰੇ ਰੋਗ ਸੋਗ ਕੱਟੇ ਜਾਣਗੇ। ਔਰ ਸੂਖਮ ਜਿਹੜਾ ਅੰਦਰ ਤਨ ਹੈ ਉਹ ਵੀ ਤੇਰਾ ਸੁਖੀ ਹੋ ਜਾਏਗਾ। ਉਹਨਾਂ ਦੇ ਅੰਦਰ ਸਤ ਸੰਤੋਖ ਦਇਆ ਧਰਮ ਧੀਰਜ, ਇਹ ਜਿਹੜਾ 17 ਤੱਤਾਂ ਦਾ ਹੈ ਨਾ, 5 ਗਿਆਨ ਇੰਦਰੇ, 5 ਕਰਮ ਇੰਦਰੇ, ਔਰ 4 ਅੰਤःਕਰਨ, ਇਸੇ ਤਰ੍ਹਾਂ ਮਨ ਔਰ ਬੁੱਧ, ਇਹ ਸਾਰੇ ਜਿੰਨੇ 17 ਤੱਤਾਂ ਦੀ ਸੂਖਮ ਦੇਹ, ਇਹ ਵੀ ਸੁਖੀ ਹੋ ਜਾਏਗੀ। ਜੇ ਕਰਕੇ ਤੂੰ ਆਪਣੇ ਵਾਹਿਗੁਰੂ ਦੇ ਪ੍ਰੇਮ ਨਾਲ ਗੁਣਾਂ ਨੂੰ ਗਾਵੇਂਗਾ, ਸ਼ਰਧਾ ਦੇ ਨਾਲ ਗੁਣਾਂ ਨੂੰ ਗਾਵੇਂਗਾ, ਸਾਰਿਆਂ ਨੂੰ ਸੁਖੀ ਕਰ ਦਿੰਦਾ ਹੈ ਵਾਹਿਗੁਰੂ ਦਾ ਨਾਮ। ਮਨ ਵੀ ਸ਼ਾਂਤ ਹੋ ਜਾਂਦਾ,
ਤਨ ਵੀ ਦੋਸ਼ਾਂ ਤੋਂ ਰਹਿਤ ਹੋ ਜਾਂਦਾ, ਦੇਹ ਅਰੋਗਤਾ ਹੋ ਜਾਂਦੀ ਹੈ, ਦੇਹ ਦੇ ਅੰਦਰ ਰਹਾਉ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਪਤਤ ਉਦਾਹਰਣ ਸਤਿਗੁਰ ਮੇਰਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ, ਮੇਰਾ ਸਤਿਗੁਰੂ ਜਿਹੜਾ ਪਰਮੇਸ਼ਰ ਹੈ, ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ, ਗੁਰੂ ਰਾਮਦਾਸ ਸਾਹਿਬ ਜੀ, ਉਹ ਐਡੇ ਦਿਆਲੂ ਹੈ, ਪਾਪੀਆਂ ਦਾ ਵੀ ਉਧਾਰ ਕਰ ਦਿੰਦੇ ਆ, ਭਲਾ ਕਰ ਦਿੰਦੇ ਆ। ਮੋਹਿ ਤਿਸ ਕਾ ਪਰਵਾਸ। ਸਾਨੂੰ ਉਹਨਾਂ ਸਤਿਗੁਰਾਂ ਤੇ ਭਾਈ ਭਰੋਸਾ ਵਿਸ਼ਵਾਸ ਹਮੇਸ਼ਾ ਰੱਖਣਾ ਚਾਹੀਦਾ ਹੈ। ਬਖਸ਼ ਲਏ ਸਭ ਸੱਚਾ ਸਾਹਿਬ। ਇਸ ਕਰਕੇ ਜੋ ਸੱਚਾ ਸਾਹਿਬ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜੇ ਉਹਦੇ ਤੇ ਭਾਈ ਭਰੋਸਾ ਰੱਖੋਗੇ ਨਾ, ਉਹ ਤੁਹਾਡੇ ਸਾਰੇ ਗੁਨਾਹਾਂ ਨੂੰ ਬਖਸ਼ ਦੇਵੇਗਾ। ਐਡਾ ਦਿਆਲੂ ਹੈ ਪਰਮੇਸ਼ਰ ਉੱਤੇ ਕੀਤਾ ਭਰੋਸਾ ਰੱਖ ਕੇ ਨਾ ਉਹਦੇ ਗੁਣ ਗਾਈਏ, ਉਹਨੂੰ ਨਮਸਕਾਰ ਕਰੀਏ, ਤਾਂ ਭਾਈ ਸਾਰੇ ਗੁਨਾਹ ਨੂੰ ਮੇਰਾ ਵਾਹਿਗੁਰੂ ਬਖਸ਼ ਦਿੰਦਾ ਹੈ। ਔਗੜਾਂ ਨੂੰ ਚਿਤਾਰਦਾ ਨਹੀਂ ਹੈ, ਵੱਡੇ ਵੱਡੇ ਪਾਪੀਆਂ ਨੂੰ ਵੀ ਬਖਸ਼ ਦਿੰਦਾ ਹੈ। ਸੁਣ ਨਾਨਕ ਕੀ ਅਰਦਾਸਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸਮਾਪਤੀ ਤੇ ਫਰਮਾਨ ਕਰਦੇ ਆ ਕਿ ਆਪਣਿਆਂ ਸੇਵਕਾਂ ਦੀਆਂ ਅਰਦਾਸਾਂ ਸੁਣ ਕੇ, ਬੇਨਤੀਆਂ ਸੁਣ ਕੇ, ਉਹਨਾਂ ਦੇ ਕਠਿਨ ਤੋਂ ਕਠਿਨ ਸਮਿਆਂ ਦਾ ਵੀ, ਦੁੱਖਾਂ ਦਾ ਵੀ ਨਾਸ਼ ਕਰ ਦਿੰਦਾ ਹੈ। ਐਸਾ ਉਹ ਮੇਰਾ ਵਾਹਿਗੁਰੂ ਪਰਮੇਸ਼ਰ ਹੈ। ਸੋ ਸਾਧ ਸੰਗਤ ਜੀ, ਉਹ ਸਦਾ ਹੀ ਅਰਦਾਸਾਂ ਸੁਣਦਾ ਹੈ, ਉਹਨੂੰ ਕਿਤੇ ਲੱਭਣਾ ਨਹੀਂ ਪੈਂਦਾ। ਜਿੱਥੇ ਮਰਜੀ ਹੱਥ ਜੋੜ ਕੇ ਉਹਦੇ ਚਰਨਾਂ ਵਿੱਚ ਜੁੜ ਜਾਓ, ਜਿੱਥੇ ਮਰਜੀ ਚੌਂਕੜਾ ਮਾਰ ਕੇ ਉਹਦੀ ਯਾਦ ਵਿੱਚ ਬੈਠ ਜਾਓ, ਉੱਥੇ ਹੀ ਤੁਹਾਡੀ ਅਰਦਾਸ ਫਰਿਆਦ ਬੇਨਤੀ ਸੁਣ ਲੈਂਦਾ। ਐਡਾ ਵੱਡਾ ਦਿਆਲੂ ਹੈ ਮੇਰਾ ਵਾਹਿਗੁਰੂ ਪਰਮੇਸ਼ਰ। ਸੋ ਸਾਧ ਸੰਗਤ ਜੀ, ਕਥਾ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀ ਆ। ਆਪ ਸੰਗਤਾਂ ਸਾਲਾਨਾ ਜੋੜ ਮੇਲੇ ਸਮਾਗਮ ਤੇ ਬਹੁਤ ਪ੍ਰੇਮ ਦੇ ਨਾਲ, ਸ਼ਰਧਾ ਨਾਲ, ਉਤਸ਼ਾਹ ਨਾਲ ਹਾਜ਼ਰੀਆਂ ਭਰ ਰਹੇ ਹੋ। ਭਾਵੇਂ ਕਿ ਪਾਬੰਦੀਆਂ ਬਹੁਤ ਲੱਗੀਆਂ ਹੋਈਆਂ ਹਨ, ਕੁਝ ਸਾਡੇ ਸਰੀਰਕ ਪੱਖ ਤੋਂ ਵੀ ਡਾਕਟਰ ਸਾਹਿਬਾਨਾਂ ਦੀਆਂ ਜੋ ਹਦਾਇਤਾਂ ਹਨ, ਉਹ ਪਰਹੇਜ਼ ਰੱਖਣੇ ਵੀ ਸਾਡੇ ਲਈ ਜ਼ਰੂਰੀ ਹਨ। ਇਸ ਕਰਕੇ ਪਰਹੇਜ਼ ਦੇ ਐਸੇ ਕਠਿਨ ਸਮੇਂ ਵਿੱਚ ਵੀ ਫਿਰ ਤੁਸੀਂ ਸਾਰੇ ਦੁਆਬੇ ਵਿੱਚੋਂ, ਸਾਰੇ ਪੰਜਾਬ ਵਿੱਚੋਂ, ਵੱਖ-ਵੱਖ ਇਲਾਕਿਆਂ ਤੋਂ ਸੰਗਤਾਂ ਪ੍ਰੇਮ ਕਰਨ ਵਾਲੀਆਂ ਇਹਨਾਂ ਸਾਲਾਨਾ ਸਮਾਗਮਾਂ ਦੇ ਅੰਦਰ ਹਾਜ਼ਰੀਆਂ ਭਰ ਰਹੀਆਂ ਹਨ। ਮੈਂ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ। ਇਸੇ ਤਰ੍ਹਾਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹ ਵੀ ਦਰਸ਼ਨ ਦੇ ਕੇ ਗਏ ਹੈ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਵੀ ਆਪ ਜੀ ਦੇ ਦਰਸ਼ਨ ਕਰਨੇ ਹੈ। ਇਸ ਤੋਂ ਇਲਾਵਾ ਪੰਥ ਦਾ ਪ੍ਰਸਿੱਧ ਵਿਦਵਾਨ ਢਾਡੀ ਜਥਾ ਸਤਿਕਾਰਯੋਗ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਭਮੱਦੀ, ਸਾਧ ਸੰਗਤ ਜੀ, ਢਾਡੀ ਜਥੇ ਬਹੁਤ ਹੈ, ਬੜੇ ਸਤਿਕਾਰਯੋਗ ਹੈ, ਪਰ ਪੰਥ ਦੇ ਅੰਦਰ ਵਿਦਵਾਨ ਢਾਡੀ ਜਥੇ ਬਹੁਤ ਥੋੜੇ ਹੈ। ਇਸ ਕਰਕੇ ਇਹ ਪੰਥ ਦਾ ਵਿਦਵਾਨ ਢਾਡੀ ਜਥਾ ਸਰਦਾਰ ਤਰਲੋਚਨ ਸਿੰਘ ਜੀ ਭਮੱਦੀ ਵਾਲੇ, ਜਿਹੜੇ ਸਾਡੀ ਬੇਨਤੀ ਮੰਨ ਕੇ ਨਾ ਜੋੜ ਮੇਲਿਆਂ ਵਿੱਚ ਹਰ ਸਾਲ ਹੀ ਆ ਕੇ ਹਾਜ਼ਰੀ ਭਰਦੇ ਆ, ਦਰਸ਼ਨ ਦਿੰਦੇ ਆ, ਉਹਨਾਂ ਦਾ ਵੀ ਮੈਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ। ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜਸਪ੍ਰੀਤ ਕੌਰ ਜੀ ਮਾਲਪੁਰ ਵਾਲੇ ਉਚੇਚੇ ਤੌਰ ਤੇ ਪਹੁੰਚੇ ਹੈ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਹੋਰ ਵੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਦੀਵਾਨ ਚੱਲਦਾ ਰਹੇਗਾ, ਲੰਗਰ ਨਾਲ ਨਾਲ ਚੱਲ ਰਹੇ ਹੈ। ਲੋੜ ਅਨੁਸਾਰ ਸੰਗਤਾਂ ਲੰਗਰ ਛਕ ਕੇ ਫਿਰ ਭਾਈ ਦੀਵਾਨ ਵਿੱਚ ਆ ਕੇ ਬੈਠੋ ਔਰ ਵੱਧ ਤੋਂ ਵੱਧ ਸਤ ਸੰਗਤ ਦਾ ਆਪਾਂ ਲਾਹਾ ਲੈਣਾ ਹੈ। ਸਤਿਗੁਰੂ ਜੀ ਦੀ ਵੱਡੀ ਕਿਰਪਾ ਹੈ, ਵੱਡਾ ਦੀਵਾਨ ਹਾਲ ਤੁਹਾਡੇ ਸਹਿਯੋਗ ਨਾਲ ਲਗਭਗ ਤਿਆਰੀ ਦੇ ਨੇੜੇ ਹੈ, ਸੰਪੂਰਨਤਾ ਦੇ ਨੇੜੇ ਹੈ। ਬਹੁਤ ਤੁਸੀਂ ਬੜੇ ਉਤਸ਼ਾਹ ਨਾਲ ਸੇਵਾ ਕੀਤੀ ਹੈ, ਅੱਗੇ ਵੀ ਵੱਧ ਚੜ੍ਹ ਕੇ ਸੇਵਾ ਕਰੋ। ਔਰ ਸਤਿਕਾਰਯੋਗ ਗਿਆਨੀ ਜੀਵਾ ਸਿੰਘ ਜੀ ਇੱਥੇ ਸਿੰਘਾਂ ਨੂੰ ਬੜੇ ਪ੍ਰੇਮ ਨਾਲ ਗੁਰਮਤਿ ਦੀ ਵਿਦਿਆ ਵੀ ਪੜ੍ਹਾਉਂਦੇ ਹੈ, ਸਾਰੇ ਪ੍ਰਬੰਧ ਦੀ ਵੀ ਨਿਗਰਾਨੀ ਕਰਦੇ ਹੈ। ਇਹ ਕਰਨੇ ਆ, ਹੋਰ ਵੀ ਪੰਥਕ ਵਿਦਵਾਨਾਂ ਨੇ, ਸੰਤਾਂ ਮਹਾਂਪੁਰਖਾਂ ਨੇ ਤੁਹਾਡੇ ਦਰਸ਼ਨ ਕਰਨੇ ਆ। ਸੋ ਸਾਰਿਆਂ ਨੇ ਸਮੇਂ ਸਮੇਂ ਸਿਰ ਆਪ ਸੰਗਤਾਂ ਨੂੰ ਗੁਰਮਤਿ ਦੇ ਬਚਨ ਸੁਣਾਉਣੇ ਹਨ। ਸਾਰੀ ਸੰਗਤ ਦਾ ਫੇਰ ਭਾਈ
ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।